ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਫॉर ਯੂਐਸ ਇਮੀਗ੍ਰੇਸ਼ਨ। ਇਹਦੇ ਵਿੱਚ ਜਿੱਥੇ ਅਸੀਂ ਇਮੀਗ੍ਰੇਸ਼ਨ ਦੀਆਂ ਇੰਪੋਰਟੈਂਟ ਖਬਰਾਂ ਦੀ ਗੱਲ ਕਰਦੇ ਹਾਂ, ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਜਿਹੜੀਆਂ ਇੰਪੋਰਟੈਂਟ ਖਬਰਾਂ ਉਹਨਾਂ ਬਾਰੇ ਗੱਲ ਕਰਦੇ ਹਾਂ। ਸੋ ਇਸ ਵੀਕ ਇੱਕ ਤਾਂ ਇਹ ਇੰਪੋਰਟੈਂਟ ਖਬਰ ਹੈ ਵੀ ਜਿਹੜੇ ਲੇਡ ਆਫ ਫੋਰਨ ਟੈਕ ਵਰਕਰਸ ਨੇ ਉਹ ਅਮਰੀਕਾ 'ਚ ਰਹਿਣ ਦਾ ਆਪਣਾ ਰਾਈਟ ਲੂਜ਼ ਕਰ ਸਕਦੇ ਆ। ਤੇ ਅਮਰੀਕਨ ਗੌਰਮੈਂਟ ਨੇ ਕਿਹਾ ਵੀ ਜਿਹੜੇ H1B ਵੀਜ਼ੇ ਤੇ ਲੋਕ ਆਏ ਜਾਂ ਉਹ ਲੇ ਆਫ ਹੋ ਗਏ, ਆਪਣੀਆਂ ਉਹਨਾਂ ਦੀਆਂ ਜੌਬਾਂ ਚਲੀਆਂ ਗਈਆਂ, ਉਹ ਬੰਦੇ ਜਿਹੜੇ ਹੈਗੇ ਆ ਉਹ ਹੁਣ ਉਹਨਾਂ ਕੋਲ 60 ਦਿਨ ਹੋਣਗੇ ਅਮਰੀਕਾ ਛੱਡਣ ਲਈ ਤੇ ਉਹ ਆਪਣੀ ਕੰਟਰੀ ਵਾਪਸ ਜਾ ਸਕਦੇ ਆ ਤੇ ਇੱਕ ਡਿਫਰੈਂਟ ਜਿਹੜਾ ਕੋਈ ਸਪਾਂਸਰ ਜਾਂ ਕੰਪਨੀ ਜਿਹੜੀ ਆ ਉਹ ਫਾਈਂਡ ਕਰ ਸਕਦੇ ਆ। ਸੋ ਵੈਨ ਐਨ EMPLOYEE on an H1B work visa is laid off, they have 60 days to either leave the US and return to their home country, find a different company to sponsor them for an H1B visa or change their status to a different visa. ਸੋ ਜਿਨ੍ਹਾਂ ਨੂੰ H1B ਵੀਜ਼ੇ ਤੇ ਇੰਪਲੋਇਮੈਂਟ ਮਿਲੀ ਹੋਈ ਹੈ, ਵੀਜ਼ਾ ਮਿਲਿਆ ਹੋਇਆ, ਜੇ ਉਹ ਲੇਡ ਆਫ ਹੋ ਜਾਂਦੇ ਉਹਨਾਂ ਦੀ ਕੰਪਨੀ ਉਹਨਾਂ ਨੂੰ ਕਹਿ ਦਿੰਦੀ ਆ ਵੀ ਸਾਨੂੰ ਹੁਣ ਲੋੜ ਨਹੀਂ, ਉਹਨਾਂ ਕੋਲ 60 ਦਿਨ ਹੋਣਗੇ ਇੱਥੋਂ ਲੀਵ ਕਰਨ ਦੇ ਤੇ ਹੋਰ ਜਿਹੜਾ ਹੈਗਾ ਉਹ ਕੋਈ ਸਪਾਂਸਰ ਜਾਂ ਕੰਪਨੀ ਲੱਭਣ ਦੇ। ਜੇ ਉਹ 60 ਦਿਨ 'ਚ ਨਹੀਂ ਜਾਂਦੇ ਤਾਂ ਫਿਰ ਉਹਨਾਂ ਦੇ ਜਿਹੜਾ ਹੈਗਾ ਸਟੇਟਸ ਖਤਮ ਹੋ ਜਾਏਗਾ ਤੇ ਉਹਨਾਂ ਨੂੰ ਪ੍ਰੋਬਲਮ ਵੱਡੀ ਆ ਸਕਦੀ ਆ। ਸੋ ਇਸ ਕਰਕੇ ਕਾਫੀ ਜਿਹੜੇ ਲੋਕ ਨੇ, ਜਿਹੜੀ ਖਬਰ ਆ ਰਹੀ ਆ ਉਹ H1B ਤੇ ਅੱਡ ਕੰਪਨੀਆਂ ਨੇ ਲੇ ਆਫ ਕੀਤੇ ਆ, ਉਹਨਾਂ ਨੂੰ ਕੰਮ ਤੋਂ ਛੁੱਟੀ ਦਿੱਤੀ ਆ। ਸੋ ਇਸ ਕਰਕੇ ਹੁਣ ਉਹਨਾਂ ਕੋਲ 60 ਦਿਨ ਹੋਣਗੇ ਜਾਣ ਦੇ ਤੇ ਕੋਈ ਡਿਫਰੈਂਟ ਜਿਹੜੀ ਕੰਪਨੀ ਆ ਉਹ ਲੱਭਣ ਦੇ। ਅਗਲੀ ਜਿਹੜੀ ਖਬਰ ਹੈਗੀ ਆ ਉਹ ਇਹ ਹੈਗੀ ਆ ਵੀ ਜਿਹੜੀ ਮੈਸਾਚੂਸੈਟ ਸਟੇਟ ਆ ਜਿਹਦੇ ਵਿੱਚ ਬੋਸਟਨ ਆ, ਉਹਨਾਂ ਨੇ ਵੀ ਅਲਾਓ ਕਰਤਾ ਕਿ ਜਿਹੜੇ ਅਨਡਾਕੂਮੈਂਟਡ ਲੋਕ ਨੇ ਉਹ ਡਰਾਈਵਰ ਲਾਇਸੈਂਸ ਲੈ ਸਕਦੇ ਆ। ਇਸ ਤੋਂ ਪਹਿਲਾਂ ਕਈ ਸਟੇਟਾਂ ਜਿਵੇਂ ਕੈਲੀਫੋਰਨੀਆ, ਵਾਸ਼ਿੰਗਟਨ ਜਿਹੜੀਆਂ ਇੱਦਾਂ ਦੀਆਂ ਸਟੇਟਾਂ ਉਹਨਾਂ ਨੇ ਵੀ ਅਲਾਓ ਕੀਤਾ ਹੋਇਆ ਵੀ ਜਿਹੜੇ ਬੰਦਿਆਂ ਕੋਲ ਨਹੀਂ ਵਰਕ ਪਰਮਿਟ ਹੈਗਾ, ਅਨਡਾਕੂਮੈਂਟਡ ਨੇ, ਉਹ ਜੇ ਸਰਟਨ ਸ਼ਰਤਾਂ ਪੂਰੀਆਂ ਕਰਦੇ ਆ ਤਾਂ ਉਹ ਸਟੇਟ 'ਚ ਗੱਡੀ ਚਲਾਉਣ ਦੀ ਡਰਾਈਵਰ ਲਾਇਸੈਂਸ ਲੈ ਸਕਦੇ ਆ। ਤੇ ਹੁਣ ਜਿਹੜੀ ਮੈਸਾਚੂਸੈਟ ਸਟੇਟ ਆ ਉਹਨੇ ਵੀ ਕਰਤਾ, ਜਿਹੜੀ ਪਿੱਛੇ ਇਲੈਕਸ਼ਨ ਹੋਈ ਸੀਗੀ ਉਹਦੇ ਵਿੱਚ ਮੈਸਾਚੂਸੈਟਸ ਰੈਜ਼ੀਡੈਂਟਸ ਵੋਟਡ ਟੂ ਅਪਹੋਲਡ ਨਿਊ ਲਾਅ that allows undocumented immigrants to obtain driver's licenses in the state. ਸੋ ਉਹ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਬੈਲਟ ਦੇ ਵਿੱਚ ਉਹਨਾਂ ਨੇ ਇੱਕ ਰੱਖੀ ਸੀਗੀ ਜਿਹੜੀ ਪ੍ਰਪੋਜ਼ਲ ਕਿ ਕੀ ਜਿਹੜੇ ਉੱਥੋਂ ਦੇ ਲੋਕ ਨੇ, ਜਿਹੜੇ ਸਿਟੀਜ਼ਨ ਨੇ, ਉਹ ਅਲਾਓ ਕਰਦੇ ਆ ਕਿ ਅਨਡਾਕੂਮੈਂਟਡ ਬੰਦੇ ਜਿਹੜੇ ਆ ਉਹ ਇੱਥੇ ਡਰਾਈਵਰ ਲਾਇਸੈਂਸ ਲੈ ਸਕਣ। ਸੋ ਉੱਥੇ ਉਹਨਾਂ ਨੇ ਜ਼ਿਆਦਾ ਲੋਕਾਂ ਨੇ ਇਹਦੇ ਹੱਕ ਵਿੱਚ ਵੋਟ ਪਾਈ, ਸੋ ਉਹਦੇ ਕਰਕੇ ਹੁਣ ਸਟੇਟ ਨੇ ਅਲਾਓ ਕਰ ਦਿੱਤਾ ਕਿ ਉੱਥੇ ਉਹ ਡਰਾਈਵਰ ਲਾਇਸੈਂਸ ਲੈ ਸਕਦੇ ਆ। ਤੇ ਹੋਰਾਂ ਕੁਝ ਸਟੇਟਾਂ ਦੇ ਵਿੱਚ ਵੀ ਇਹ ਸਾਰੀਆਂ 'ਚ ਨਹੀਂ ਆ, ਪਰ ਕਈ ਸਟੇਟਾਂ ਦੇ ਵਿੱਚ ਇਹ ਜਿਹੜੀ ਹੈਗੀ ਆ ਇਹ ਪਹਿਲਾਂ ਹੀ ਪ੍ਰੋਵੀਜ਼ਨ ਹੈਗੀ ਆ ਕਿ ਉੱਥੇ ਅਨਡਾਕੂਮੈਂਟਡ ਜਿਹੜੇ ਲੋਕ ਨੇ ਉਹ ਲੋਕਲ ਸਟੇਟ ਦੇ ਵਿੱਚ ਚਲਾਉਣ ਲਈ ਜਿਹੜਾ ਡਰਾਈਵਰ ਲਾਇਸੈਂਸ ਆ ਉਹ ਲੈ ਸਕਦੇ ਆ। ਤੇ ਅਗਲੀ ਖਬਰ ਹੈਗੀ ਕਿ ਅਮਰੀਕਾ ਨੇ 4000 ਜਿਹੜੇ ਮਿਲਟਰੀ ਮੈਂਬਰ ਨੇ ਉਹਨਾਂ ਨੂੰ ਵੈਟਰਨ ਡੇ ਆਨਰ ਕਰਨ ਵਾਸਤੇ ਸਿਟੀਜ਼ਨ ਬਣਾਇਆ। ਉਹਨਾਂ ਵਿੱਚ ਜਿਹੜੇ ਆਰਮੀ ਦੇ ਵਿੱਚ ਖਾਸ ਕਰਕੇ ਲੋਕ ਕੰਮ ਕਰਦੇ ਸੀਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਸਿਟੀਜ਼ਨਸ਼ਿਪ ਦੀ ਜਿਹੜੀ ਸਹੁੰ ਹੈਗੀ ਆ ਉਹ ਚੁਕਾਈ ਗਈ ਆ। ਉਹ ਤਕਰੀਬਨ ਉਹਦੀ ਗਿਣਤੀ ਜਿਹੜੀ ਆ ਉਹ ਤਕਰੀਬਨ 4000 ਦੇ ਲਾਗੇ ਆ। ਤੇ ਇਹ ਚੰਗੀ ਗੱਲ ਆ ਕਿਉਂਕਿ ਜਿਹੜੇ ਅਮਰੀਕਨ ਆਰਮੀ 'ਚ ਸਰਵਿਸ ਕਰਦੇ ਨੇ, ਜਿਵੇਂ ਦੇਸ਼ ਦੀ ਸੇਵਾ ਕਰਦੇ ਆ, ਬਾਹਰਲੇ ਮੁਲਕਾਂ ਦੇ ਵਿੱਚ ਵੀ ਜਾਂਦੇ ਆ ਤੇ ਉਹਨਾਂ ਨੂੰ ਜੇ ਸਿਟੀਜ਼ਨ ਬਣਾਇਆ ਜਾਂਦਾ ਇਹਨੂੰ ਸਾਰੇ ਜਿਹੜੇ ਵੈਲਕਮ ਕਰਦੇ ਆ। ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਬੈਕਲੌਗ ਬਾਰੇ ਆ ਉਹ ਇਹ ਹੈਗੀ ਆ ਕਿ ਇੱਕ ਕਾਂਗਰਸਮੈਨ ਹੈਗੇ ਆ ਟੋਨੀ ਕਾਰਡੀਨਸ, ਉਹਨਾਂ ਨੇ ਇੱਕ ਬਿੱਲ ਇੰਟਰੋਡਿਊਸ ਕੀਤਾ ਜਿਹਦਾ ਨਾਂ ਹੈਗਾ ਕੇਸ ਬੈਕਲੌਗ ਐਂਡ ਟਰਾਂਸਪੇਰੈਂਸੀ ਐਕਟ। ਇਹ ਉਹਨਾਂ ਨੇ ਇੰਟਰੋਡਿਊਸ ਕੀਤਾ ਅਕਤੂਬਰ 25 ਨੂੰ। ਤੇ ਉਹ ਜਿਹੜਾ ਐਕਟ ਹੈਗਾ ਉਹ ਇਹ ਕਹਿੰਦਾ ਵੀ ਜਿਹੜੀ ਇੰਨੀ ਡਿਲੇ ਹੋ ਰਹੀ ਹੈ, ਖਾਸ ਕਰਕੇ ਜਿਵੇਂ ਜਿਹੜੀਆਂ ਕੈਟੇਗਰੀਆਂ ਮੂਵ ਨਹੀਂ ਹੋ ਰਹੀਆਂ, F4 ਕੈਟੇਗਰੀ ਹੋ ਗਈ ਜਿਹੜੀ ਕਿ US ਸਿਟੀਜ਼ਨ ਦੇ ਭਰਾ ਭੈਣ ਦੀ ਕੈਟੇਗਰੀ ਹੈ, ਜਾਂ F3 ਹੋ ਗਈ ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ ਹੈ, ਇਹ ਅੱਗੇ ਮੂਵ ਨਹੀਂ ਕਰ ਰਹੀਆਂ। ਇਹਨਾਂ ਨੂੰ ਮੂਵ ਕਰਨ ਵਾਸਤੇ ਉਹਨਾਂ ਨੇ ਇਹ ਕਿਹਾ ਕਿ ਇਹਦੇ 'ਚ ਕੁਛ ਜਿਹੜੀ ਹੈਗੀ ਤੇਜ਼ੀ ਲਿਆਂਦੀ ਜਾਵੇ। The act would impose strict reporting requirements on USCIS, ensuring that the agency informs Congress about the number of cases pending and the average processing time for each type of immigration benefit adjudicated by the agency. ਉਹ ਬਿੱਲ ਇਹ ਕਹਿੰਦਾ ਵੀ ਜਿਹੜੀ USCIS ਹੈ, ਜਿਹੜੀ ਕਿ ਇਮੀਗ੍ਰੇਸ਼ਨ ਸਰਵਿਸ ਆ, ਉਹ ਜਿਹੜੀ US ਕਾਂਗਰਸ ਨੂੰ ਦੱਸੇ ਕਿ ਕਿੰਨੇ ਕੇਸ ਉਹਨਾਂ ਕੋਲ ਪੈਂਡਿੰਗ ਪਏ ਆ ਤੇ ਕਿੰਨੀ ਦੇਰ ਦੇ ਪਏ ਆ। ਇਹਨਾਂ ਵਿੱਚ ਵਿਆਹ ਦੇ ਕੇਸ ਵੀ ਕਾਫੀ ਨੇ, ਜਿਹੜੇ US ਸਿਟੀਜ਼ਨ ਨੇ ਮਤਲਬ ਵਿਆਹ ਕੀਤਾ ਵੀ ਕਿਸੇ ਨਾਲ, ਉਹ ਵੀ ਪੈਂਡਿੰਗ ਆ। ਗ੍ਰੀਨ ਕਾਰਡ ਹੋਲਡਰ ਦੇ ਵਿਆਹ ਦੇ ਕੇਸ ਵੀ ਆ, ਉਹਦੇ ਵਿੱਚ ਕਈ ਜਿਹੜੇ ਲੋਕਾਂ ਨੇ ਸਿਟੀਜ਼ਨਸ਼ਿਪ ਅਪਲਾਈ ਕੀਤੀ ਆ ਉਹ ਵੀ ਆ, ਕਈਆਂ ਨੇ ਪੇਰੈਂਟਸ ਦਾ ਅਪਲਾਈ ਕੀਤਾ। ਇਸ ਕਿਸਮ ਦੇ ਕੇਸ ਆ ਕਿਉਂਕਿ ਜਿਹੜੀ ਡਿਲੇ ਹੈਗੀ ਆ ਇਨ ਪ੍ਰੋਸੈਸਿੰਗ, ਇਹ ਕਾਫੀ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਕਰ ਰਹੀ ਆ। ਹੁਣ ਕਈ ਜਿਹੜੇ I-730 ਐਪਲੀਕੈਂਟਸ ਨੇ
ਜਿਵੇਂ ਹੁਣ ਸੈਲੀ ਹੁੰਦੇ ਨੇ, ਉਹ ਆਪਣੇ ਜਿਹਨਾਂ ਨੂੰ ਸੈਲਮ ਮਿਲ ਜਾਂਦਾ ਉਹ ਆਪਣੇ ਸਪਾਊਸਿਸ ਆ ਬੱਚਿਆਂ ਦਾ ਅਪਲਾਈ ਕਰਦੇ ਆ, ਉਹਨਾਂ ਨੂੰ ਕਈਆਂ ਨੂੰ 3-3 ਸਾਲ ਲੱਗੀ ਜਾਂਦੇ ਆ। ਸੋ ਬਹੁਤ ਜ਼ਿਆਦਾ ਟਾਈਮ ਹੈ, ਅਤੇ ਇਸ ਕਰਕੇ ਇਹਨੂੰ ਜਿਹੜੀ ਹੈਗੀ ਡਿਲੇ ਨੂੰ ਕਵਰ ਕਰਨ ਵਾਸਤੇ ਉਹ ਬਿੱਲ ਰੱਖਿਆ। ਪਰ ਉਹ ਜਿਹੜਾ ਬਿੱਲ ਹੈਗਾ ਇਹ ਹੁਣ ਇਹਦਾ ਕੀ ਅੰਜਾਮ ਹੋਊਗਾ ਇਹ ਪਤਾ ਨਹੀਂ, ਕਿਉਂਕਿ ਜੇ ਜਿਹੜੀ ਹੈਗੀ ਆ ਉਹ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਆ ਜਾਂਦੀ ਆ ਹਾਊਸ ਦੇ ਵਿੱਚ, ਜੋ ਕਿ ਲੱਗ ਰਿਹਾ, ਅਤੇ ਫਿਰ ਉਹ ਇਹਨੂੰ ਅੱਗੇ ਤੋਰਨਗੇ, ਵਧਾਉਣਗੇ, ਇਹਦੇ ਬਾਰੇ ਅਜੇ ਕਲੀਅਰ ਨਹੀਂ। ਪਰ ਇਹੋ ਜਿਹਾ ਬਿੱਲ ਇੰਟਰੋਡਿਊਸ ਹੋਣਾ ਇੱਕ ਚੰਗੀ ਗੱਲ ਹੈ। ਇਸੇ ਤਰ੍ਹਾਂ ਦਾ ਹੀ ਬਿੱਲ ਇੱਕ ਸੈਨੇਟ ਦੇ ਵਿੱਚ ਸੈਨੇਟਰ ਐਲੈਕਸ ਪੜੀਆ ਨੇ ਵੀ ਇੰਟਰੋਡਿਊਸ ਕੀਤਾ ਸੀ। ਉਹਨਾਂ ਨਾਲ ਮੇਰੀ ਮੁਲਾਕਾਤ ਵੀ ਹੋਈ ਸੀਗੀ ਹਫ਼ਤਾ 10 ਦਿਨ ਪਹਿਲਾਂ, ਅਤੇ ਉਹ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਰਜਿਸਟਰੀ ਆ ਉਹਨੂੰ ਰੋਲ ਕਰ ਦਿਓ ਕਿ 7 ਸਾਲਾਂ ਬਾਅਦ ਬੰਦੇ ਪੱਕੇ ਹੋ ਸਕਣ। ਲੇਕਿਨ ਉਹ ਬਿੱਲ ਵੀ ਹੁਣ ਸੈਨੇਟ ਦੇ ਵਿੱਚ ਤਾਂ ਲੱਗਦਾ ਗਿਆ ਕਿ ਡੈਮੋਕ੍ਰੈਟਿਕ ਪਾਰਟੀ ਦੀ ਮੈਜੋਰਟੀ ਜਿਹੜੀ ਆ ਉਹ ਆਏਗੀ। ਸੋ ਹੁਣ ਜਿਹੜੀਆਂ 50 ਸੀਟਾਂ ਆਲਰੇਡੀ ਹੋ ਗਈਆਂ ਉਹਨਾਂ ਕੋਲੇ। ਜਿਹੜੀ ਜਾਰਜੀਆ 'ਚ ਰਨ ਆਫ ਸੀਟ ਹੋਣੀ ਆ ਉਹਦੇ ਵਿੱਚ ਵੀ ਜੇ ਸੀਟ ਉਹ ਲੈ ਜਾਂਦੇ ਆ ਤਾਂ 51 ਵੀ ਹੋ ਸਕਦੀਆਂ ਨੇ। ਸੋ ਉਹਨਾਂ ਦੀ ਜੇ ਮੈਜੋਰਟੀ ਆਉਂਦੀ ਆ, ਦੇਖਦੇ ਆ ਜੇ ਬਿੱਲ ਅੱਗੇ ਵੱਧਦਾ ਉਹ। ਲੇਕਿਨ ਹਾਊਸ ਦੇ ਵਿੱਚ ਜੇ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਆ, ਉਹਦੇ ਕਰਕੇ ਇਮੀਗ੍ਰੇਸ਼ਨ ਦੇ ਜਿਹੜੇ ਬਿੱਲ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਅੱਗੇ ਵਧਣ ਦੇ ਚਾਂਸ ਘੱਟ ਜਾਣਗੇ, ਕਿਉਂਕਿ ਜਦੋਂ ਆਪਸੀ ਦੋਨਾਂ ਹਾਊਸਿਸ ਦੇ ਵਿੱਚ ਕੋਈ ਜਿਹੜੀ ਸਹਿਮਤੀ ਲੀਡਰਸ਼ਿਪ ਦੀ ਨਹੀਂ ਹੁੰਦੀ ਤਾਂ ਉਹ ਬਿੱਲ ਕਿਸੇ ਪਾਸੇ ਲੱਗਣੇ ਨਹੀਂ। ਪਰ ਪੇਸ਼ ਚਲੋ ਹੋਏ ਆ, ਇਹੀ ਇੱਕ ਚੰਗਾ ਕਦਮ ਹੈ। ਪਰ ਪਾਸ ਹੋਣਾ ਨਾ ਹੋਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਟਾਈਮ ਦੱਸੇਗਾ ਵੀ ਕਿ ਕੀ ਹੋਏਗਾ। ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਉਹ ਹੈਗੀ ਹੈ ਸਿਟੀਜ਼ਨਸ਼ਿਪ ਦੇ ਕੇਸਾਂ ਬਾਰੇ। ਉਹਨਾਂ 'ਚ ਇੰਟਰਵਿਊਆਂ ਜਲਦੀ ਆ ਰਹੀਆਂ ਨੇ। ਇਮੀਗ੍ਰੇਸ਼ਨ ਤੋਂ ਇੱਕ ਰਿਲੀਜ਼ ਆਈ ਹੈ, ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਮਤਲਬ ਪੁਰਾਣਾ ਬੈਕਲੌਗ ਆ ਉਹ ਕਾਫੀ ਕਵਰ ਕਰ ਲਿਆ। ਸੋ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਉਹਨਾਂ ਨੂੰ ਉਹ ਕਹਿ ਰਹੇ ਆ ਕਿ ਅਸੀਂ 6 ਮਹੀਨੇ ਦੇ ਅੰਦਰ ਅੰਦਰ ਹੁਣ ਡੇਟਾਂ ਦੇ ਰਹੇ ਹਾਂ। ਕਈਆਂ ਨੂੰ 3-3 4-4 ਮਹੀਨੇ 'ਚ ਵੀ ਡੇਟਾ ਆ ਰਹੀਆਂ ਨੇ। ਪਰ ਅੰਡਰ 6 ਮੰਥਸ ਲੈ, ਜਿਵੇਂ ਪਿੱਛੇ ਕਿਸੇ ਟਾਈਮ ਸਾਲ ਸਵਾ ਸਾਲ ਦਾ ਟਾਈਮ ਹੁੰਦਾ ਸੀ, ਹੁਣ 6 ਮਹੀਨੇ ਤੋਂ ਟਾਈਮ ਉਹ ਘਟ ਗਿਆ ਕਿ ਅੰਡਰ 6 ਮੰਥਸ ਉਹ ਕਹਿ ਰਹੇ ਆ ਕਿ ਅਸੀਂ ਇਹਦੀ ਜਿਹੜੀ ਆ ਉਹ ਪ੍ਰੋਸੈਸਿੰਗ ਕਰ ਰਹੇ ਹਾਂ। ਅਤੇ ਇਹਦੇ ਨਾਲ ਨਾਲ ਜਿਹੜੀ ਇਮੀਗ੍ਰੇਸ਼ਨ ਕੋਰਟਾਂ ਦੀ ਖਬਰ ਆ ਉਹ ਇਹ ਹੈਗੀ ਵੀ ਜਿਹੜੇ ਇਮੀਗ੍ਰੇਸ਼ਨ ਜੱਜ ਨੇ ਉੱਥੇ ਜਿਹੜੀਆਂ ਮਾਸਟਰ ਡੇਟਾ ਹੈਗੇ ਜਿਹੜੇ ਨਵੇਂ ਬੰਦੇ ਆ ਰਹੇ ਆ ਉਹ ਲੰਬੀਆਂ ਮਿਲ ਰਹੀਆਂ ਨੇ। ਪਰ ਜ਼ਿਆਦਾ ਕੇਸਾਂ ਦੇ ਵਿੱਚ ਜਿਹੜੀਆਂ ਹੈਗੀਆਂ ਰਿਟਨ ਪਲੀਡਿੰਗਸ ਜਾਂ ਜਿਹੜੇ 60 ਡੇ ਨੋਟਿਸਿਸ ਉਹ ਮੰਗ ਰਹੇ ਨੇ। ਉਹ ਰਿਟਨ ਪਲੀਡਿੰਗ ਦਾ ਇਹ ਹੁੰਦਾ ਵੀ ਜਿਹੜੀ ਮਾਸਟਰ ਡੇਟ ਹੁੰਦੀ ਆ ਉਹ ਫਿਰ ਨਹੀਂ ਹੁੰਦੀ। ਜੇ ਆਪਾਂ ਰਿਟਨ ਪਲੀਡਿੰਗ ਜਮ੍ਹਾਂ ਕਰਾ ਦਿੰਦੇ ਆ ਤਾਂ ਸਿੱਧੀ ਫਾਈਨਲ ਡੇਟ ਜਿਹੜੀ ਆ ਉਹ ਮਿਲ ਜਾਂਦੀ ਆ। ਕਾਫੀ ਜੱਜ ਜਿਹੜੇ ਆ ਉਹ ਇਸ ਚੀਜ਼ ਨੂੰ ਆਪਟ ਕਰ ਰਹੇ ਆ। ਪਰ ਹੁਣ ਜਿਹੜੀਆਂ ਰੀਸੈਂਟ ਨੋਟਿਸਿਸ ਆ ਰਹੇ ਆ ਉਹ ਕਾਫੀ ਜ਼ਿਆਦਾ ਨੋਟਿਸ ਜਿਹੜੇ ਆ ਉਹ ਇਨ ਪਰਸਨ ਜਿਹੜੀਆਂ ਡੇਟਾਂ ਦੇ ਵੀ ਆ ਰਹੇ ਨੇ, ਕਿਉਂਕਿ ਹੁਣ ਜਿਹੜੀਆਂ ਫਾਈਨਲ ਡੇਟਾਂ ਹੈਗੀਆਂ ਉਹਦੇ ਵਿੱਚ ਜਿਵੇਂ ਅੱਗੇ ਹੁੰਦਾ ਸੀ ਵੈਬਐਕਸ 'ਤੇ ਕਰਦੇ ਸੀ, ਹੁਣ ਉਹ ਜਿਹੜੀਆਂ ਖਾਸ ਕਰਕੇ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਦੀਆਂ ਨੇ ਉਹ ਨੋਟਿਸਿਸ ਦੇ ਵਿੱਚ ਲਿਖਿਆ ਕਿ ਇਨ ਪਰਸਨ ਰਿਕੁਆਇਰਮੈਂਟ ਆ। ਸੋ ਦੇਖਦੇ ਆ ਕਿੰਨੀ ਕੁ ਇਹ ਇੰਪਲੀਮੈਂਟ ਹੁੰਦੀ ਆ। ਪਰ ਉੱਥੇ ਕਾਫੀ ਸਿਗਨੀਫਿਕੈਂਟ ਡਿਲੇ ਆ। ਸੈਲਮ ਆਫਿਸਿਸ ਦੇ ਵਿੱਚ ਵੀ ਕਾਫੀ ਡਿਲੇ ਆ। ਉੱਥੇ ਜਿਹੜੀਆਂ ਇੰਟਰਵਿਊਜ਼ ਅਜੇ ਨਹੀਂ ਸਕੈਜੂਲ ਹੋ ਰਹੀਆਂ। ਅਤੇ ਜਿਹੜੇ ਵਰਕ ਪਰਮਿਟਸ ਨੇ ਉਹ ਜ਼ਰੂਰ 6 ਮਹੀਨੇ ਬਾਅਦ ਜੇ ਕਿਸੇ ਦੇ 180 ਦਿਨ ਹੋ ਜਾਣ ਤਾਂ ASAB ਦੀ ਮੈਂਬਰਸ਼ਿਪ ਲੈ ਕੇ ਜਿਹੜੇ ਹੈਗੇ ਮਿਲ ਰਹੇ ਆ। ਅਤੇ ਉਹਦੇ ਵਿੱਚ ਇੱਕ ਜਿਹੜੀ ਹੈਗੀ ਅਪਡੇਟ ਹੈਗੀ ਆ। ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਅਪਡੇਟ ਆ ਉਹ ਹੈਗੀ ਆ ਜਿਹੜੇ ਵਰਕ ਪਰਮਿਟ ਰਿਨਿਊਅਲ ਦੀ। ਜਿਹੜੇ ਬੰਦੇ ਰਿਨਿਊ ਕਰਾਉਂਦੇ ਆ ਵਰਕ ਪਰਮਿਟ ਦੁਬਾਰਾ, ਜਿਹੜਾ ਵਰਕ ਪਰਮਿਟ ਰਿਨਿਊ ਹੁੰਦਾ ਉਹਦੇ ਲਈ ਜਿਹੜੀ ਰਿਕੁਆਇਰਮੈਂਟ ਜਿਵੇਂ ਅੱਗੇ ਸੀਗਾ ਵੀ ਸਾਲ 1.5 ਸਾਲ ਲੱਗਦਾ ਸੀ, ਉਹ 'ਚ ਹੁਣ ਟਾਈਮ ਘਟਣਾ ਸ਼ੁਰੂ ਹੋ ਗਿਆ। ਅਸੀਂ 4 ਕੇਸ ਰਿਨਿਊਅਲ ਦੇ ਅਪਲਾਈ ਕੀਤੇ ਸੀਗੇ ਜੁਲਾਈ ਦੇ ਵਿੱਚ, ਅਤੇ ਉਹਨਾਂ ਦੀ ਹੁਣ ਅਪਰੂਵਲ ਆ ਗਈ ਆ ਜਿਵੇਂ 4 ਮਹੀਨੇ ਬਾਅਦ। ਸੋ ਉਹ ਟਾਈਮ ਜਿਹੜਾ ਹੈਗਾ ਉਹ ਵੀ ਘਟ ਰਿਹਾ ਇਹ। ਲੇਕਿਨ ਪੁਰਾਣੇ ਕੇਸਾਂ 'ਤੇ ਲਾਗੂ ਨਹੀਂ ਆ। ਜਿਨ੍ਹਾਂ ਨੇ ਹੁਣ ਅਪਲਾਈ ਕੀਤੇ ਨੇ ਜੁਲਾਈ ਤੋਂ ਬਾਅਦ ਉਹਨਾਂ 'ਤੇ ਜ਼ਰੂਰ ਲਾਗੂ ਆ ਕਿ ਜਿਹੜੇ ਜੁਲਾਈ ਤੋਂ ਬਾਅਦ ਅਪਲਾਈ ਕਰ ਰਹੇ ਨੇ ਆਪਣੀ ਰਿਨਿਊਅਲ ਵਾਸਤੇ, ਉਹਨਾਂ ਨੂੰ ਹੁਣ 1.5 ਸਾਲ ਦੀ ਜਾਂ ਸਵਾ ਸਾਲ ਦੀ ਬਜਾਏ 4-4 ਮਹੀਨੇ 'ਚ ਰਿਨਿਊਅਲ ਜਿਹੜੀ ਆ ਉਹ ਆ ਰਹੀ ਆ। ਸੋ ਇਹ ਇੱਕ ਬੜੀ ਵੱਡੀ ਇੰਪਰੂਵਮੈਂਟ ਹੈਗੀ ਆ ਜਿਹੜੀ ਕਿ ਇੱਕ ਚੰਗਾ ਕਦਮ ਹੈ। ਸੋ ਇਹ ਸੀਗੀਆਂ ਇੰਪੋਰਟੈਂਟ ਖਬਰਾਂ। ਅਤੇ ਹੁਣ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਪਹਿਲਾ ਸਵਾਲ ਹੈਗਾ ਕਿ ਉਹ ਕਹਿ ਰਹੇ ਨੇ ਕਿ ਅਮਰੀਕਾ ਦੀ ਕੋਈ ਵੀ ਕੈਟੇਗਰੀ ਜਿਹੜੀ ਆ ਮੂਵ ਨਹੀਂ ਹੋ ਰਹੀ, ਚਾਹੇ F4 ਆ ਚਾਹੇ F3 ਆ, ਅਤੇ ਇਹਦਾ ਬੈਕਲੌਗ ਦਾ ਕੀ ਹੱਲ ਆ। ਇਹ ਠੀਕ ਹੈ ਜੀ ਗੱਲ। ਮੈਂ ਜਦੋਂ ਮੇਰੀ ਮੁਲਾਕਾਤ ਹੋਈ ਸੀਗੀ ਸੈਨੇਟਰ ਪੜੀਆ ਨਾਲ, ਉਹਨਾਂ ਨਾਲ ਵੀ ਗੱਲ ਕੀਤੀ ਸੀਗੀ, ਅਤੇ ਉਹਦੇ ਬਾਰੇ ਹੁਣ ਮੈਂ ਦੁਬਾਰਾ ਫੋਲੋਅਪ ਮੀਟਿੰਗ ਜਿਹੜੀ ਦਸੰਬਰ 'ਚ ਹੋਣੀ ਆ। ਆਹ ਜਿਹੜਾ ਬਿੱਲ ਇੰਟਰੋਡਿਊਸ ਹੋਇਆ ਦੇਖੋ ਕੀ ਹੁੰਦਾ। ਪਰ ਇਹ ਬਿੱਲ ਕਿਉਂਕਿ ਹੁਣ ਇਲੈਕਸ਼ਨ ਤੋਂ ਬਾਅਦ ਕੀ ਸੀਨ ਆਉਂਦਾ ਹੈਗਾ ਕਾਂਗਰਸ ਦੇ ਵਿੱਚ ਉੱਥੋਂ ਪਤਾ ਲੱਗਣਾ। ਲੇਕਿਨ ਕਾਫੀ ਜ਼ਿਆਦਾ ਜਿਹੜਾ ਹੈਗਾ ਬੈਕਲੌਗ ਹੈ, ਕਾਫੀ ਜ਼ਿਆਦਾ ਜਿਹੜੀ ਹੈਗੀ ਆ ਉਹ ਡਿਲੇ ਹੈਗੀ ਹੈ, ਜੋ ਕਿ ਦੂਰ ਹੋਣੀ ਚਾਹੀਦੀ ਆ। ਜਿਹੜਾ ਵੀਜ਼ਾ ਬੁਲੇਟਿਨ ਆਉਂਦਾ ਉਹ ਬਹੁਤ ਦੇਖ ਕੇ ਜਿਹੜੀ ਹੈਗੀ ਨਿਰਾਸ਼ਾ ਹੁੰਦੀ ਆ ਵੀ ਕੈਟੇਗਰੀਆਂ ਜਿਹੜੀਆਂ ਉਹ ਮੂਵ ਨਹੀਂ ਕਰ ਰਹੀਆਂ। ਇਸ ਤੋਂ ਇਲਾਵਾ ਅਗਲਾ ਹੈ ਜੀ ਕਿ ਇਹ ਕਹਿ ਰਹੇ ਆ ਕਿ ਅਸੀਂ ਇੰਡੀਆ ਤੋਂ ਹੈਗੇ ਆ ਅਤੇ ਸਾਡੇ ਫਾਦਰ ਨੇ 2011 'ਚ ਅਪਲਾਈ ਕੀਤਾ ਸੀਗਾ F3 ਮਤਲਬ ਕੈਟੇਗਰੀ 'ਚ। ਇਹਨੂੰ ਕਿੰਨਾ ਟਾਈਮ ਲੱਗੂਗਾ ਅਤੇ ਕੀ ਅਸੀਂ ਵਿਜ਼ਟਰ ਵੀਜ਼ਾ ਲੈ ਸਕਦੇ ਹਾਂ? ਦੇਖੋ ਇਸ ਤਰ੍ਹਾਂ ਜੀ ਕਿ ਜਿਹੜੀ F3 ਕੈਟੇਗਰੀ ਆ ਉਹਦੇ ਵਿੱਚ ਅਜੇ 2008 ਜਿਹੜਾ ਹੈਗਾ ਉਹ ਚੱਲ ਰਿਹਾ।
काफ़ी ज़्यादा डिले है। जो थोड़ा 11 च अप्लाई किया इन्हूं 3-4 साल अजे ये लग जाने आ, लेकिन तुसी विजिटर वीज़ा अप्लाई तो कर सकते हो। मिलण के चांस जिहड़े कोई ज़्यादा नहीं हैगे। उहदा रीज़न है कि जो किसी ने इमीग्रेंट पटीशन फाइल की होवे तो विजिटर वीज़ा डिनाई कर सकते हैं, ना कर सकते हैं कह के कि थोड़ी ऑलरेडी इमीग्रेंट पटीशन अप्लाई हुई है। सो इस करके कोई जरूरी नहीं कि विजिटर वीज़ा मिले। अगला सवाल है जी कि कैनेडा के लोग तो MPs ने इमीग्रेशन मंत्री नूं घेर के बैकलॉग पूरा करवाया। सो यह जिहा अमरीका दे विच भी होना चाहिए। हाँ जी, कैनेडा ते अमरीका च काफ़ी फर्क है। कैनेडा ज़्यादा लिबरल है। अमरीका दे विच जिहड़ी 2 पार्टी का सिस्टम है, ਉਹਦੇ ਵਿੱਚ ਜਿਹੜੀ ਇੱਕ ਪਾਰਟੀ ਹੈ ਖਾਸ ਕਰਕੇ ਰਿਪਬਲਿਕਨ ਪਾਰਟੀ, ਉਹ ਜ਼ਿਆਦਾ ਜਿਹੜੀ ਉਹਦੀ ਹੁਣ ਦੀ ਪਾਲਿਸੀ ਰਹੀ ਆ ਪਿਛਲੇ 5-6 ਸਾਲਾਂ ਤੋਂ ਇਮੀਗ੍ਰੇਸ਼ਨ ਦੇ ਐਂਟੀ ਆ। ਉਹ ਨਹੀਂ ਚਾਹੁੰਦੇ ਜ਼ਿਆਦਾ ਬੰਦੇ ਇੱਥੇ ਆਉਣ ਜਾਂ ਜ਼ਿਆਦਾ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਦਾ ਇੱਥੇ ਇਮੀਗ੍ਰੈਂਟਸ ਦਾ ਅਮਰੀਕਾ ਦੇ ਵਿੱਚ ਇਨਫਲੋ ਹੋਵੇ। ਉਹਦੇ ਕਰਕੇ ਇੱਥੇ ਜਿਹੜਾ ਇਸ ਕਿਸਮ ਦਾ ਜਿਹੜਾ ਹੁੰਦਾ ਟਕਰਾਅ ਹੁੰਦਾ, ਉਹਦੇ ਕਰਕੇ ਗੱਲ ਅੱਗੇ ਨਹੀਂ ਤੁਰਦੀ। ਦੂਸਰਾ ਜਿਹੜੀ ਮਹਾਮਾਰੀ ਆਈ, ਤੁਹਾਨੂੰ ਪਤਾ ਕਿੱਡੀ ਵੱਡੀ ਜਿਹੜੀ ਸੀਗੀ ਉਹ ਸਾਰੀ ਦੁਨੀਆ ਦੇ ਵਿੱਚ ਖਾਸ ਕਰਕੇ ਉਹਦੇ ਨਾਲ ਸ਼ਟਡਾਊਨ ਹੋਇਆ, ਬੈਕਲੌਗ ਉਹਦੇ ਕਰਕੇ ਵੀ ਬੈਕਲੌਗ ਹੈ। ਬਾਕੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਬੈਕਲੌਗ ਹੋਣਾ ਨਹੀਂ ਚਾਹੀਦਾ। ਇਹ ਜਿਹੜੀ ਇੰਪਰੂਵਮੈਂਟ ਹੈਗੀ ਆ ਉਹ ਹੋਣੀ ਚਾਹੀਦੀ ਆ ਕਿ ਜਿਹੜੇ ਬੰਦੇ ਇੰਨੇ ਸਾਲ ਤੋਂ ਵੇਟ ਕਰ ਰਹੇ ਉਹਨਾਂ ਨੂੰ ਜਲਦੀ ਵੀਜ਼ੇ ਜਿਹੜੇ ਆ ਉਹ ਮਿਲਣੇ ਚਾਹੀਦੇ ਆ। ਅਗਲਾ ਸਵਾਲ ਹੈ ਜੀ ਕਿ ਸਾਡੇ ਡਾਕੂਮੈਂਟ ਕੰਪਲੀਟ ਹੋ ਗਏ ਸੀ 6 ਅਪ੍ਰੈਲ 2021 ਨੂੰ F4 ਕੈਟਾਗਰੀ 'ਚ, ਅਤੇ ਕਿੰਨਾ ਟਾਈਮ ਲੱਗੂਗਾ? ਇਹਦੇ 'ਚ ਹੁਣ ਕੈਟਾਗਰੀਆਂ ਅੱਗੇ ਤੁਰ ਰਹੀਆਂ ਨੇ ਪਰ ਇੰਨੀਆਂ ਫਾਸਟ ਨਹੀਂ ਹੈਗੀਆਂ, ਵੇਟ ਹੀ ਕਰਨੀ ਪੈਣੀ ਆ ਤੁਹਾਨੂੰ। ਅਜੇ ਆਪਾਂ ਕਲੀਅਰ ਨਹੀਂ ਕਹਿ ਸਕਦੇ ਵੀ ਕਿੰਨਾ ਟਾਈਮ ਲੱਗੂ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਅਸੀਂ ਆਪਣੀ ਐਪਲੀਕੇਸ਼ਨ ਸਬਮਿਟ ਕੀਤੀ ਸੀ ਜੁਲਾਈ 2020 ਨੂੰ, ਐਕਸੈਪਟ ਹੋ ਗਈ 28 ਜੁਲਾਈ ਨੂੰ, ਅਤੇ ਸਾਨੂੰ ਕੋਈ ਅਪਰੂਵਲ ਲੈਟਰ ਨਹੀਂ ਆਇਆ। ਇਹ ਡਿਪੈਂਡ ਕਰੂਗਾ ਜੀ ਕਿਹੜੀ ਕੈਟਾਗਰੀ ਆ, ਕਿਉਂਕਿ ਡਿਲੇ ਤਾਂ ਸਾਰੀਆਂ ਕੈਟਾਗਰੀਆਂ 'ਚ ਆ, ਪਰ ਇਹ ਹੁਣ ਜਿਹੜਾ ਹੈਗਾ ਡਿਪੈਂਡ ਕਰੇਗਾ ਵੀ ਕੀ ਆ ਕਿਹੜੀ ਕੈਟਾਗਰੀ 'ਚ ਆ। ਸੋ ਇਹ ਤੁਹਾਨੂੰ ਜਿਹੜੀ ਹੈਗੀ ਆ ਉਹ ਇਹਦੇ ਬਾਰੇ ਵੇਟ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ ਮੇਰੇ ਮੰਮੀ ਡੈਡੀ ਨੇ ਗ੍ਰੀਨ ਕਾਰਡ ਤੇ ਆਪਣੇ ਬੱਚਿਆਂ ਦਾ ਅਪਲਾਈ ਕਰਨਾ ਹੋਵੇ 21 ਤੋਂ ਉੱਪਰ, ਨਾਲ ਮੇਰੀ ਸਿਸਟਰ ਦੀ H1B ਵੀਜ਼ੇ 'ਤੇ ਕੀ ਉਹ ਆ ਸਕਦੇ ਨੇ? ਤੁਹਾਡੇ ਫਾਦਰ ਮਦਰ ਗ੍ਰੀਨ ਕਾਰਡ 'ਤੇ ਜੇ ਹੈਗੇ ਆ ਉਹ ਅਨਮੈਰਿਡ ਬੱਚਿਆਂ ਦਾ ਅਪਲਾਈ ਕਰ ਸਕਦੇ ਜਿਹੜੇ 21 ਤੋਂ ਉੱਪਰ ਨੇ, ਪਰ ਉਹਨੂੰ ਟਾਈਮ ਲੱਗੂਗਾ। ਜੇ ਜਿਹੜੀ ਉਹ ਕੈਟਾਗਰੀ 2015 ਚੱਲ ਰਿਹਾ, ਸੋ ਜੇ 7-8 ਸਾਲ ਦੀ ਵੇਟ ਹੈਗੀ ਆ। ਅਤੇ ਲੇਕਿਨ ਜਿਹੜੇ H1B 'ਤੇ ਹੈਗੇ ਆ ਉਹਨਾਂ ਨੂੰ ਜੇ ਉਦੋਂ ਤੱਕ ਹੁਣ ਪਤਾ ਨਹੀਂ ਵੀ ਉਹਨਾਂ ਦਾ ਕੀ ਸਟੇਟਸ ਹੋਊਗਾ ਤਾਂ ਉਹਨਾਂ ਨੂੰ ਵਾਪਸ ਜਾਣਾ ਪੈ ਸਕਦਾ। ਅਗਲਾ ਸਵਾਲ ਹੈ ਜੀ ਕਿ ਜਿਨ੍ਹਾਂ ਨੇ 2020 'ਚ ਗ੍ਰੀਨ ਕਾਰਡ 'ਤੇ ਸਪਾਊਸ ਦਾ ਕੇਸ ਲਾਇਆ ਉਹਨਾਂ ਦੀ ਕੀ ਅਪਡੇਟ ਆ? ਡਿਲੇ ਆ ਜੀ ਕਾफ़ੀ ਜ਼ਿਆਦਾ, ਸੋ ਉਹਨਾਂ ਨੂੰ ਵੇਟ ਕਰਨੀ ਪੈਣੀ ਹੈ ਕਿ ਕਾफ़ੀ ਜ਼ਿਆਦਾ ਡਿਲੇ ਹੈਗੀ ਆ। ਸੋ ਇਹਦੇ 'ਚ ਅਜੇ ਕੁਛ ਆਪਾਂ ਕਲੀਅਰ ਨਹੀਂ ਕਹਿ ਸਕਦੇ ਕਿ ਕਿੰਨਾ ਟਾਈਮ ਲੱਗੂਗਾ। ਅਗਲਾ ਸਵਾਲ ਹੈ ਜੀ ਕਿ ਸਾਡੇ ਕੋਲ ਇਟਾਲੀਅਨ ਸਿਟੀਜ਼ਨਸ਼ਿਪ ਹੈ USA 'ਚ ਪੱਕੇ ਹੋ ਸਕਦੇ ਆ? ਨਹੀਂ, ਇੱਦਾਂ ਦਾ ਕੋਈ ਰਸਤਾ ਨਹੀਂ ਜੀ। ਜੇ ਤੁਸੀਂ ਇਟਲੀ ਦੇ ਜਾਂ ਕਿਸੇ ਹੋਰ ਮੁਲਕ ਦੇ, ਆਸਟ੍ਰੇਲੀਆ ਦੇ ਜਾਂ ਮਤਲਬ ਕੈਨੇਡਾ ਦੇ ਸਿਟੀਜ਼ਨ ਹੋ ਤਾਂ ਉਹਦੇ ਨਾਲ ਆਪਣੇ ਆਪ ਤੁਸੀਂ ਅਮਰੀਕਾ 'ਚ ਪੱਕੇ ਨਹੀਂ ਹੋ ਸਕਦੇ, ਅਤੇ ਆ ਜਾ ਸਕਦੇ ਹੋ ਪਰ ਇੱਥੇ ਪੱਕੇ ਹੋਣ ਦਾ ਇਹੋ ਜਿਹਾ ਕੋਈ ਪ੍ਰੋਵੀਜ਼ਨ ਜਿਹੜਾ ਉਹਦੀ ਬੇਸ 'ਤੇ ਨਹੀਂ ਹੈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੇਰਾ ਜਿਹੜਾ ਹੈਗਾ ਉਹ ਅਸੈਲਮ ਦਾ ਕੇਸ ਜਿਹੜਾ ਉਹ ਤੁਹਾਡੇ ਕੋਲ ਇੱਥੇ ਚੱਲਦਾ, ਅਤੇ ਕੇਸ ਜਿਹੜਾ ਹੈਗਾ ਉਹ ਮੇਰਾ ਅਪੀਲ ਜਿਹੜੀ ਹੈਗੀ ਆ ਉਹ ਪਾਸ ਹੋਇਆ, ਅਤੇ ਅਸੀਂ ਜਿਹੜਾ ਹੈਗਾ ਉਹ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਠੀਕ ਹੈ ਜੀ, ਸਾਨੂੰ ਆਪ ਖੁਸ਼ੀ ਹੁੰਦੀ ਆ ਕਿ ਜੇ ਕਿਸੇ ਦਾ ਕੇਸ ਪਾਸ ਹੁੰਦਾ, ਅਤੇ ਇਸ ਕਰਕੇ ਜਿਹੜਾ ਹੈਗਾ ਉਹ ਥੈਂਕ ਯੂ ਵੈਰੀ ਮਚ ਕਿ ਤੁਸੀਂ ਸਾਡੇ ਇਤਬਾਰ ਕੀਤਾ, ਸਾਡੇ ਆਫਿਸ 'ਚ ਆਏ ਅਤੇ ਅਸੀਂ ਤੁਹਾਡੇ ਕਿਸੇ ਕੰਮ ਆ ਸਕੇ। ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਡਾ ਕੇਸ ਪਾਸ ਹੋਇਆ। ਅਗਲਾ ਸਵਾਲ ਹੈ ਜੀ ਕਿ ਮੈਂ ਸਿਟੀਜ਼ਨ ਆ, ਆਪਣੇ ਬੱਚੇ ਨੂੰ 2011 ਵਿੱਚ ਅਪਲਾਈ ਕੀਤਾ ਹੋਇਆ, ਉਹ ਸਰਕਾਰੀ ਟੀਚਰ ਹੈ ਅਤੇ ਸਾਡੇ ਕੋਲ ਉਹ ਇੱਥੇ ਮਿਲਣ ਆ ਸਕਦਾ ਕਿ ਨਹੀਂ ਵਿਜ਼ਟਰ ਵੀਜ਼ੇ 'ਤੇ? ਤੁਸੀਂ ਅਪਲਾਈ ਕਰ ਸਕਦੇ ਹੋ ਵਿਜ਼ਟਰ ਵੀਜ਼ੇ ਲਈ, ਪਰ ਕੋਈ ਪੱਕਾ ਨਹੀਂ ਕਿ ਮਿਲੇ। ਟਰਾਈ ਕਰਕੇ ਦੇਖ ਲਓ, ਉਹ 'ਚ ਸ਼ੋਅ ਕਰਨਾ ਪੈਣਾ ਵੀ ਹਾਂ ਉਹ ਬੰਦਾ ਜਿਹੜਾ ਹੈਗਾ ਉਹ ਇੱਥੇ ਵਿਜ਼ਟਰ ਵੀਜ਼ੇ 'ਤੇ ਕਿ ਤੁਸੀਂ ਉਹਦੀ ਜਿਹੜੀ ਪਟੀਸ਼ਨ ਕੀਤੀ ਹੋਈ ਆ, ਤੁਹਾਨੂੰ ਇਹ ਸ਼ੋਅ ਕਰਨਾ ਪਊਗਾ ਵੀ ਇਹ ਪਟੀਸ਼ਨ ਹੋਈ ਆ, ਅਤੇ ਉਹਦੀ ਬੇਸ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਪਰ ਇਹ ਕੋਈ ਪੱਕਾ ਨਹੀਂ, ਕਿਉਂਕਿ ਲਾ ਜਿਹੜਾ ਹੈਗਾ ਉਹ ਜੇ ਤੁਸੀਂ ਲਾ ਦੇ ਅੰਡਰ ਇਮੀਗਰੈਂਟ ਵੀਜ਼ਾ ਅਪਲਾਈ ਕਰਦੇ ਹੋ ਤਾਂ ਇਹ ਜ਼ਰੂਰੀ ਨਹੀਂ ਕਿ ਵਿਜ਼ਟਰ ਵੀਜ਼ਾ ਮਿਲੇਗਾ। ਕੋਈ ਕਈ ਵਾਰੀ ਓਬਜੈਕਸ਼ਨ ਲਾ ਦਿੰਦੇ ਆ ਕਿ ਤੁਹਾਡੇ ਕੋਲ ਆਲਰੇਡੀ ਇਮੀਗਰੈਂਟ ਪਟੀਸ਼ਨ ਹੋਈ ਆ, ਤੁਹਾਨੂੰ ਜੇ ਵਿਜ਼ਟਰ ਵੀਜ਼ਾ ਮਿਲਿਆ ਤਾਂ ਤੁਸੀਂ ਉੱਥੇ ਰਹਿ ਜਾਣਾ। ਸੋ ਇਸ ਕਰਕੇ ਡਿਨਾਈ ਵੀ ਹੋ ਸਕਦਾ, ਪਰ ਟਰਾਈ ਕਰਕੇ ਦੇਖ ਲਓ ਜੀ, ਕੋਈ ਹਰਜ ਨਹੀਂ, ਪਰ ਸ਼ੋਅ ਕਰੋ ਵੀ ਹਾਂ ਸਾਡੀ ਪਟੀਸ਼ਨ ਹੋਈ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਜਿਹੜਾ ਹੈਗਾ ਉਹ ਵਰਕ ਪਰਮਿਟ ਅਜੇ ਤੱਕ
नहीं मैनू ਜਿਹੜਾ ਮਿਲਿਆ ਤੇ ਮੇਰਾ ਅਪਲਾਈ ਕੀਤਾ ਹੋਇਆ ਉਹਨੂੰ ਕਿੰਨਾ ਟਾਈਮ ਲੱਗੇਗਾ। ਸੋ ਸਾਨੂੰ ਅਪਲਾਈ ਕੀਤੇ ਨੂੰ 3 ਮਹੀਨੇ ਹੋ ਗਏ ਆ। ਇਹਨੂੰ ਟਾਈਮ ਲੱਗਦਾ ਜੀ ਅੱਜ ਕੱਲ੍ਹ ਡਿਪੈਂਡ ਕਰਦਾ, ਜਿਹੜਾ ਤੁਸੀਂ ਰਿਨਿਊਅਲ ਦਾ ਕੀਤਾ ਅੱਗੇ 1.5 ਸਾਲ ਲੱਗਦਾ ਸੀਗਾ, ਹੁਣ ਅੱਜ ਕੱਲ੍ਹ ਤਕਰੀਬਨ ਫਾਸਟ ਹੋ ਗਿਆ 4 ਮਹੀਨੇ ਦਾ। ਪਰ ਹੁਣ ਅੱਜ ਕੱਲ੍ਹ ਉਹਨੂੰ ਫਾਸਟ ਕਰ ਰਿਹਾ। ਪਰ ਜੇ ਪਹਿਲੀ ਵਾਰੀ ਹੈ ਤੁਹਾਡਾ, ਜਿਵੇਂ 180 ਦਿਨ ਪੂਰੇ ਹੋਣ ਤੋਂ ਬਾਅਦ ਫਸਟ ਟਾਈਮ ਆ, ਉਹ 1.5 ਤੋਂ 2 ਮਹੀਨੇ 'ਚ ਆ ਜਾਂਦਾ ASAP ਦੀ ਜਿਹੜੀ ਮੈਂਬਰਸ਼ਿਪ ਆ ਉਹ ਲੈ ਕੇ। ਅਗਲਾ ਸਵਾਲ ਹੈ ਜੀ ਕਿ ਫਾਦਰ ਨੇ ਪਟੀਸ਼ਨ ਕੀਤੀ ਸੀ F3 ਦੀ ਤੇ ਮਾਰਚ 2010 'ਚ, ਤੇ ਕੈਟਾਗਰੀ ਜਿਹੜੀ ਆ ਉਹ ਚੇਂਜ ਹੋ ਗਈ ਆ ਤੇ ਬੱਚੇ ਦੀ ਉਮਰ 20 ਹੈਗੀ ਆ, ਫਰੀਜ਼ ਹੋ ਜੂਗੀ ਕਿ ਨਹੀਂ। ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਤਾਂ ਕਰਦਾ ਸਰਟਨ ਹਾਲਾਤ ਦੇ ਵਿੱਚ, ਪਰ ਇੱਦਾਂ ਫਰੀਜ਼ ਨਹੀਂ ਹੁੰਦੀ। ਸੋ ਜਦੋਂ ਤੁਹਾਡੀ ਪ੍ਰਾਇਓਰਟੀ ਡੇਟ ਨਿਕਲੂਗੀ ਉਦੋਂ ਪਤਾ ਲੱਗਣਾ ਕਿ ਕੀ ਆ। ਜੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰਦਾ ਤਾਂ ਫਿਰ ਤੁਹਾਡੀ ਜਿਹੜੀ ਵਾਰੀ ਆ ਸਕਦੀ ਆ। ਅਗਲਾ ਸਵਾਲ ਹੈ ਜੀ ਕਿ ਅਸਾਈਲਮ ਕੇਸ ਤੋਂ ਬਾਅਦ ਜਦੋਂ ਗ੍ਰੀਨ ਕਾਰਡ ਹੋਲਡਰ ਬਣ ਜਾਂਦੇ ਆ ਤਾਂ ਫਿਰ ਇੰਡੀਆ ਆ ਸਕਦੇ ਆ। ਗ੍ਰੀਨ ਕਾਰਡ ਹੋਲਡਰ ਕਿਤੇ ਵੀ ਜਾ ਸਕਦਾ, ਪਰ ਉਹ 'ਚ ਪ੍ਰੋਬਲਮ ਇਹ ਹੈਗੀ ਉਹ ਪੁੱਛ ਸਕਦੇ ਆ ਵੀ ਤੁਸੀਂ ਉੱਥੇ ਜਿਹੜਾ ਹੈਗਾ ਉਹ ਆਪਣੀ ਕੰਟਰੀ 'ਚ ਕਿਉਂ ਗਏ ਆ, ਕੀ ਲੈਣ ਗਏ ਆ, ਕਿਉਂਕਿ ਤੁਹਾਨੂੰ ਉੱਥੋਂ ਖਤਰਾ ਸੀਗਾ। ਇਹ ਸਵਾਲ ਹੋ ਸਕਦਾ। ਪਰ ਉੱਦਾਂ ਗ੍ਰੀਨ ਕਾਰਡ ਹੋਲਡਰ ਜਿਹੜੇ ਆ ਉਹ ਜਾ ਸਕਦੇ ਆ, ਲੋਕ ਜਾਂਦੇ ਵੀ ਆ, ਪਰ ਅਸੀਂ ਐਡਵਾਈਜ਼ ਨਹੀਂ ਕਰਦੇ ਵੀ ਜਿਹਨੇ ਕਿ ਅਸਾਈਲਮ ਲਿਆ ਉਹ ਗ੍ਰੀਨ ਕਾਰਡ 'ਤੇ ਇੰਡੀਆ ਜਾਵੇ। ਅਗਲਾ ਸਵਾਲ ਹੈ ਜੀ ਕਿ ਮੇਰੀ ਕੋਰਟ 'ਚ ਐਪਲੀਕੇਸ਼ਨ ਲੱਗੀ ਹੋਈ ਆ ਤੇ ਮੇਰਾ ਕਲੌਕ ਨਹੀਂ ਬੋਲਦਾ ਤੇ ਕੋਈ ਹੀਅਰਿੰਗ ਨਹੀਂ ਆਈ ਤੇ ਮੈਂ ਵਰਕ ਪਰਮਿਟ ਅਪਲਾਈ ਕਰ ਸਕਦਾ। ਇਹ ਡਿਪੈਂਡ ਕਰਨਾ ਪਊਗਾ ਜੀ ਕਿ ਕੀ ਸਿਚੁਏਸ਼ਨ ਹੈਗੀ ਆ। ਤੇ ਕਈ ਵਾਰੀ ਇਹ ਹੁੰਦਾ ਵੀ ਕਈਆਂ ਦਾ ਜਿਹੜੀ ਕੋਰਟ 'ਚ ਡੇਟ ਨਹੀਂ ਹੁੰਦੀ, ਅਸਾਈਲਮ ਆਫਿਸ ਕੇਸ ਲੱਗਿਆ ਹੁੰਦਾ, ਉੱਥੇ ਫਿੰਗਰਪ੍ਰਿੰਟ ਤੋਂ ਕਲੌਕ ਚੱਲਦਾ ਹੁੰਦਾ ਪਰ ਬੋਲਦਾ ਨਹੀਂ, ਪਰ ਕਈਆਂ ਦਾ ਬੋਲਦਾ ਆ। ਸੋ ਜੇ ਤਾਂ ਤੁਹਾਡੀ ਡੇਟ ਸ਼ੋ ਹੋ ਰਹੀ ਆ, ਮਤਲਬ ਕੋਰਟ ਦੇ ਵਿੱਚ ਕਲੌਕ ਨਹੀਂ ਬੋਲ ਰਿਹਾ, ਕਲੌਕ ਪਹਿਲਾਂ ਸੈੱਟ ਕਰਾਉਣਾ ਪੈਣਾ, ਕਿਉਂਕਿ ਲਾ ਇਹੀ ਆ ਕਿ 180 ਦਿਨ ਬਾਅਦ ਜੇ ਕਲੌਕ ਚੱਲਦਾ ਹੋਵੇ ਤੁਸੀਂ ਵਰਕ ਪਰਮਿਟ ਲੈ ਸਕਦੇ ਹੋ। ਸੋ ਤੁਸੀਂ ਕੋਰਟ ਨਾਲ ਸੰਪਰਕ ਕਰੋ। ਅਗਲਾ ਸਵਾਲ ਹੈ ਜੀ ਕਿ ਮੈਂ US ਸਿਟੀਜ਼ਨ ਆ, ਮੈਂ ਆਪਣੀ ਮਦਰ ਨੂੰ ਇੱਥੇ ਬੁਲਾਉਣਾ ਚਾਹੁੰਦਾ, ਸੋ ਕਿੰਨਾ ਵੇਟ ਪੀਰੀਅਡ ਹੈ ਵਿਜ਼ਟਰ ਵੀਜ਼ੇ ਦਾ। ਕਾਫੀ ਵੇਟ ਹੈ ਜੀ, ਕਿਉਂਕਿ ਇਹ ਕਈ ਥਾਵਾਂ 'ਤੇ ਤਾਂ ਸਾਲ ਦੀ ਵੇਟ ਵੀ ਹੈਗੀ, 1.5 ਸਾਲ ਦੀ ਵੀ ਹੈਗੀ, 8 ਮਹੀਨੇ ਦੀ ਵੀ ਹੈ। ਸੋ ਟਰਾਈ ਕਰਦੇ ਰਹੋ। ਸੋ ਇਸ ਕਰਕੇ ਅਪਲਾਈ ਤਾਂ ਕਰ ਸਕਦੇ ਹੋ, ਪਰ ਇੰਟਰਵਿਊ ਜਿਹੜੀ ਹੈਗੀ ਡੇਟ ਲੈਣ ਦੀ ਕਾਫੀ ਜ਼ਿਆਦਾ ਵੇਟ ਹੈਗੀ ਆ। ਅਗਲਾ ਸਵਾਲ ਹੈ ਜੀ ਕਿ ਗ੍ਰੀਨ ਕਾਰਡ ਹੋਲਡਰ ਆਪਣੀ ਮਾਂ ਨੂੰ ਟੂਰਿਸਟ ਵੀਜ਼ੇ 'ਤੇ ਬੁਲਾ ਸਕਦਾ ਹੈ ਕਿ ਉਹਦੀ ਪਟੀਸ਼ਨ ਕਰ ਸਕਦਾ। ਜਿਹੜਾ ਗ੍ਰੀਨ ਕਾਰਡ ਹੋਲਡਰ ਉਹ ਪਟੀਸ਼ਨ ਨਹੀਂ ਕਰ ਸਕਦਾ ਜੀ, ਉਹ ਸਿਰਫ ਜਿਹੜਾ ਹੈਗਾ ਉਹ ਟੂਰਿਸਟ ਵੀਜ਼ੇ 'ਤੇ ਅਪਲਾਈ ਜਿਹੜਾ ਉਹ ਜ਼ਰੂਰ ਕਰ ਸਕਦਾ, ਤੇ ਲੇਕਿਨ ਉਹ ਕੋਈ ਪੱਕੀ ਗਰੰਟੀ ਨਹੀਂ ਕਿ ਟੂਰਿਸਟ ਵੀਜ਼ਾ ਮਿਲ ਜਾਵੇ, ਅਪਲਾਈ ਹੋ ਸਕਦਾ। ਪਟੀਸ਼ਨ ਜਿਹੜੀ ਕਰਨੀ ਆ ਉਹ ਸਿਰਫ ਤੇ ਸਿਰਫ US ਸਿਟੀਜ਼ਨ ਹੀ ਕਰ ਸਕਦਾ, ਆਪਣੇ ਪੇਰੈਂਟਸ ਲਈ ਗ੍ਰੀਨ ਕਾਰਡ ਹੋਲਡਰ ਨਹੀਂ ਕਰ ਸਕਦਾ, ਪਰ ਟੂਰਿਸਟ ਵੀਜ਼ੇ ਵਾਸਤੇ ਜ਼ਰੂਰ ਕਰ ਸਕਦਾ। ਅਗਲਾ ਸਵਾਲ ਹੈ ਜੀ ਕਿ ਮੈਂ ਸਟੱਡੀ ਬੇਸ 'ਤੇ ਆ, ਮੈਨੂੰ ਅਸਾਈਲਮ ਜਿਹੜਾ ਹੈਗਾ ਉਹ ਮੈਂ ਲਾ ਸਕਦਾ ਤੇ ਮੈਨੂੰ ਗ੍ਰੀਨ ਕਾਰਡ ਮਿਲ ਸਕਦਾ। ਅਸਾਈਲਮ ਤਾਂ ਕੋਈ ਵੀ ਲਾ ਸਕਦਾ ਜੀ, ਲੇਕਿਨ ਜਿਹੜੇ ਅਸਾਈਲਮ ਦੇ 5 ਗਰਾਊਂਡ ਆ ਉਹਨਾਂ ਦੇ ਵਿੱਚ ਕੇਸ ਆਉਣਾ ਚਾਹੀਦਾ, ਪਾਸਟ ਪਰਸੀਕਿਊਸ਼ਨ ਹੋਈ ਹੋਵੇ, ਫਿਊਚਰ ਪਰਸੀਕਿਊਸ਼ਨ ਦਾ ਡਰ ਹੋਵੇ, ਖਤਰਾ ਹੋਵੇ, ਤਾਂ ਇਹ ਨਹੀਂ ਵੀ ਉੱਦਾਂ ਹੀ ਅਸਾਈਲਮ ਲਾ ਲੈਣਾ ਰਹਿਣ ਲਈ। ਸੋ ਜੇ ਕੇਸ ਸੱਚਾ ਹੈ, ਅਨਦਰ ਵਰਡ ਤੁਹਾਨੂੰ ਕੋਈ ਪ੍ਰੋਬਲਮ ਆਈ ਹੈ, ਤੁਸੀਂ ਅਸਾਈਲਮ ਲਾ ਸਕਦੇ ਹੋ। ਤੇ ਜੇ ਤੁਹਾਡੇ ਕੋਲ ਸਾਰੇ ਪ੍ਰੂਫਸ ਹੈਗੇ ਆ, ਕੇਸ ਤੁਹਾਡਾ ਸੱਚਾ ਆ, ਤਾਂ ਫਿਰ ਤੁਸੀਂ ਅਸਾਈਲਮ ਜ਼ਰੂਰ ਲਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜੇ ਕੋਈ ਬੰਦਾ ਛੁੱਟੀਆਂ ਦੇ ਵਿੱਚ ਜਿਵੇਂ ਕ੍ਰਿਸਮਸ ਟਾਈਮ 'ਤੇ ਬਾਰਡਰ ਕ੍ਰੋਸ ਕਰਕੇ ਆਉਂਦਾ, ਜਲਦੀ ਬਾਹਰ ਆ ਸਕਦਾ। ਪਹਿਲੀ ਗੱਲ ਤਾਂ ਹੈਗੀ ਆ, ਇਸ ਤਰੀਕੇ ਦੇ ਨਾਲ ਮੈਂ ਰਿਕਮੈਂਡ ਨਹੀਂ ਕਰਦਾ ਕਿ ਕੋਈ ਆਵੇ, ਕਿਉਂਕਿ ਇਹ ਤਰੀਕਾ ਗਲਤ ਆ, ਗੈਰ ਕਾਨੂੰਨੀ ਆ, ਅਤੇ ਪਲੱਸ ਖਤਰਨਾਕ ਆ। ਕੋਈ ਜਿਹੜੇ ਬੰਦੇ ਲੈ ਕੇ ਆਉਂਦੇ ਆ ਉੱਥੋਂ, ਉਹਨਾਂ ਦੀ ਵੀ ਕੋਈ ਕ੍ਰੈਡੀਬਿਲਿਟੀ ਨਹੀਂ ਹੁੰਦੀ, ਇਸ ਕਰਕੇ ਇਸ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ। ਪਰ ਜਿਹੜੇ ਲੋਕ ਫਿਰ ਵੀ ਆਉਂਦੇ ਆ, ਇਹਦਾ ਕ੍ਰਿਸਮਸ ਨਾਲ ਕੋਈ ਸੰਬੰਧ ਨਹੀਂ ਹੈ, ਛੁੱਟੀਆਂ ਨਾਲ, ਇਹ ਸਰਕਾਰ ਦੀ ਨੀਤੀ ਨਾਲ ਸੰਬੰਧ ਆ। ਸੋ ਇਸ ਵਕਤ ਜਿਹੜੀ ਨੀਤੀ ਆ ਉਹ ਇਹ ਆ ਕਿ ਜਿਹੜੇ ਬੱਚਿਆਂ ਦੇ ਨਾਲ ਆਉਂਦੇ ਆ, ਜਿਵੇਂ ਛੋਟੇ ਬੱਚਿਆਂ ਨਾਲ ਪੇਰੈਂਟਸ, ਉਹਨਾਂ ਨੂੰ ਉਹ ਛੇਤੀ ਰਿਲੀਜ਼ ਕਰ ਦਿੰਦੇ ਆ। ਕਈ ਵਾਰੀ ਬੱਚਿਆਂ ਨੂੰ ਇੱਕ ਪੇਰੈਂਟ ਨਾਲ ਕਰਨ ਦੇ, ਦੂਜੇ ਪੇਰੈਂਟ ਨੂੰ ਕੈਂਪ 'ਚ ਲੈ ਜਾਂਦੇ ਆ। ਜਿਹੜੇ 21 ਸਾਲ ਤੋਂ ਉੱਪਰ ਆਉਂਦੇ ਆ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਜਾਂ ਜਿਹੜੇ ਕੈਂਪਾਂ 'ਚ ਲੈ ਜਾਂਦੇ ਆ, ਉੱਥੇ ਉਹਨਾਂ ਦੀ ਜਿਹੜੀ ਆ ਉਹ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦੀ ਆ ਜਾਂ ਬੌਂਡ 'ਤੇ ਛੱਡਦੇ ਆ। ਜੇ ਕ੍ਰੈਡੀਬਲ 'ਚ ਮਤਲਬ ਪਾਸ ਹੋ ਜਾਣ ਤਾਂ ਉਹਨਾਂ ਦਾ ਅਸਾਈਲਮ ਦਾ ਕੇਸ ਚੱਲਦਾ, ਜੇ ਕ੍ਰੈਡੀਬਲ 'ਚ ਫੇਲ ਹੋ ਜਾਣ ਤਾਂ ਇਮੀਗ੍ਰੇਸ਼ਨ ਜੱਜ ਅੱਗੇ ਇੱਕ ਡੇਟ ਆਉਂਦੀ ਹੈ, ਜੇ ਉੱਥੇ ਫੇਲ ਹੋ ਕੇ ਅਸਾਈਲਮ ਨਹੀਂ ਲੱਗ ਸਕਦਾ। ਪਰ ਜੇ ਬੰਦਾ ਜਿਹੜਾ ਹੈਗਾ ਉਹ ਨਹੀਂ ਵੀ ਇੰਟਰਵਿਊ ਹੁੰਦੀ ਕ੍ਰੈਡੀਬਲ, ਉੱਦਾਂ ਵੀ ਬੌਂਡ ਹੋ ਜਾਂਦਾ। ਕਈ ਵਾਰ ਆਈਸ ਬੌਂਡ ਕਰ ਦਿੰਦੀ ਆ, ਇਹ ਕਈ ਸੈਂਟਰਾਂ 'ਚ ਆਈਸ ਜਿਹੜੀ ਆ ਉਹ $3,000 ਦਾ ਬੌਂਡ ਕਰ ਰਹੀ ਹੈ। ਇਸ ਤਰ੍ਹਾਂ ਬੰਦੇ ਜਿਹੜੇ ਆ ਉਹ ਬਾਹਰ ਆ ਜਾਂਦੇ ਆ। ਪਰ ਇਹ ਸਿਚੁਏਸ਼ਨ ਆ, ਇਹ ਮਤਲਬ ਇਸ ਕਿਸਮ ਦੀ ਹੈਗੀ ਆ। ਹਰੇਕ ਡਿਟੈਂਸ਼ਨ ਸੈਂਟਰ ਦਾ ਆਪੋ ਆਪਣਾ ਹਿਸਾਬ ਆ। ਜਿਹੜੇ ਕੈਲੀਫੋਰਨੀਆ 2 ਸੈਂਟਰ ਨੇ, ਕਲੈਕਸੀਕੋ ਅਤੇ ਸੈਨ ਡਿਏਗੋ, ਉੱਥੇ ਕਾਫੀ ਸਖਤੀ ਵੀ ਆ। ਸੋ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਨਰਮੀ ਜਿਹੜੀ ਆ ਹੋਊਗੀ ਜਾਂ ਹੋ ਰਹੀ ਆ, ਇਹ ਸਖਤੀ ਅੱਗੇ ਨਾਲੋਂ ਜ਼ਿਆਦਾ ਆ। ਪਰ ਮੈਂ ਰਿਕਮੈਂਡ ਨਹੀਂ ਕਰਦਾ ਕਿ ਇਸ ਤਰੀਕੇ ਨਾਲ ਕੋਈ ਬੰਦਾ ਇੱਥੇ ਆਵੇ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੇਰੀ ਬੇਟੀ ਦਾ ਅਸਾਈਲਮ ਕੇਸ 17 'ਚ ਲਾਇਆ ਹੋਇਆ, ਅਜੇ ਤੱਕ ਕੋਈ ਇੰਟਰਵਿਊ ਡੇਟ ਵਗੈਰਾ ਨਹੀਂ ਆਈ, ਕਿੰਨਾ ਟਾਈਮ ਲੱਗੂਗਾ? ਇਹ ਜੀ ਜਿਹੜੀਆਂ ਮਤਲਬ ਪੁਰਾਣੇ
ਕੇਸ ਲੱਗੇ ਉਹਦੀਆਂ ਡੇਟਾਂ ਨਹੀਂ ਆ ਰਹੀਆਂ ਸੀ, ਤੇ ਹੁਣ ਤੁਸੀਂ ਅਸਾਈਲਮ ਆਫਿਸ ਜਾ ਕੇ ਇਨਕੁਆਇਰੀ ਪਾ ਸਕਦੇ ਹੋ, ਜਾਂ ਉੱਥੇ ਆਪ ਜਾ ਸਕਦੇ ਹੋ ਇਨ ਪਰਸਨ ਜਾ ਕੇ, ਤੇ ਉਹ ਡੇਟਾਂ ਦੇਣ ਦਾ ਉਹਨੂੰ ਰਿਕੁਐਸਟ ਕਰ ਸਕਦੇ ਹੋ। ਪਰ ਪੱਕਾ ਨਹੀਂ ਉਹ ਡੇਟ ਦੇਣਗੇ, ਉਹਨਾਂ ਕੋਲੇ ਹੁਣ ਰਿਸੋਰਸਿਸ ਜੇ ਹੋਣਗੇ ਤਾਂ ਡੇਟ ਦੇ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਮੇਰੀ 2007 ਜੂਨ 'ਚ F4 ਕੈਟਾਗਰੀ 'ਚ ਫਾਈਲ ਲੱਗੀ ਸੀਗੀ, ਤੇ ਬੇਟੀ ਗ੍ਰੀਨ ਕਾਰਡ ਹੋਲਡਰ 2021 ਦੇ ਵਿੱਚ ਹੋਈ ਹੈ ਮੈਰਿਜ ਕਰਕੇ, ਤੇ ਬੇਟੀ ਨੂੰ ਜਿਹੜਾ ਹੈਗਾ ਉਹ ਕਿੰਨਾ ਟਾਈਮ ਲੱਗੇਗਾ ਕੈਟਾਗਰੀ ਚੇਂਜ ਕਰਨ ਦਾ, ਸਿਟੀਜ਼ਨ ਬਣਨ ਦਾ। ਦੇਖੋ ਤੁਹਾਡਾ 7 'ਚ ਲੱਗਿਆ F4 ਉਹ ਲੱਗ ਹੈ, ਅਜੇ ਤਾਂ 2005 ਚੱਲ ਰਿਹਾ, ਉਹਨੂੰ 2-3 ਸਾਲ ਹੋਰ ਲੱਗ ਸਕਦੇ ਆ। ਜਿਹੜੀ ਬੇਟੀ ਸਿਟੀਜ਼ਨ ਨਾਲ ਵਿਆਹ ਕਰਾ ਕੇ ਬਣੀ ਆ, ਜੇ ਉਹਦਾ ਹਸਬੈਂਡ ਸਿਟੀਜ਼ਨ ਆ, ਉਹ 3 ਸਾਲਾਂ ਬਾਅਦ ਜਿਹੜੀ ਹੈਗੀ ਉਹ ਸਿਟੀਜ਼ਨਸ਼ਿਪ ਲੈ ਸਕਦੀ ਆ। ਉਹ ਲੈ ਕੇ ਫਿਰ ਤੁਹਾਡਾ ਅਪਲਾਈ ਜਿਹੜਾ ਹੈਗਾ ਉਹ ਵੀ ਕਰ ਸਕਦੀ ਆ ਆਪਣੇ ਵੱਲੋਂ। ਹੋ ਸਕਦਾ ਉਹ ਜ਼ਿਆਦਾ ਫਾਸਟ ਹੋ ਜਾਵੇ ਜੇ ਉਹ ਤੱਕ ਤੁਹਾਡੀ ਜਿਹੜੀ ਵਾਰੀ ਨਾ ਆਈ। ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਵਾਰੀ ਫੇਰ ਮਿਲਾਂਗੇ ਇਸੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ।